Hello students, बेटा हाफ पार्ट वी हैव डन इन माय वीडियो पार्ट 1। ठीक है, पार्ट 1 ਦੇ ਵਿੱਚ ਆਪਾਂ ਕੰਪਲੀਟ ਕਰ ਚੁੱਕੇ ਹਾਂ। ਹਾਫ ਸਟੋਰੀ ਹੈ ਜੋ ਕਲਰਜੀਮੈਨ ਤੱਕ ਆਪਾਂ ਨੇ ਕੀਤੀ ਸੀਗੀ। ਕਲਰਜੀਮੈਨ ਔਰ ਉਹਦੀ ਵਾਈਫ ਹੈ ਜੋ ਦੋਨੋਂ ਜਾਣੇ ਗ੍ਰਿਫਨ ਨੂੰ ਉਹਦੇ ਰੂਮ ਦੇ ਵਿੱਚ ਦੇਖਣ ਜਾਂਦੇ ਨੇ, ਬਟ ਜਦੋਂ ਦੇਖਦੇ ਨੇ ਦੈਨ ਉਹਨਾਂ ਨੂੰ ਗ੍ਰਿਫਨ ਹੈ ਜੋ ਉੱਥੇ ਨਹੀਂ ਦਿਖਾਈ ਦਿੰਦਾ। ਠੀਕ ਹੈ, ਪੋਕਰ ਲੈ ਕੇ ਜਾਂਦਾ ਹੈ ਕਲਰਜੀਮੈਨ ਹੈ ਜੋ। ਦੈਨ ਪੋਕਰ ਕੀ ਹੈ, ਇੱਕ ਅਜਿਹਾ ਇੰਸਟਰੂਮੈਂਟ ਜੋ ਕਿ ਚਿਮਨੀ ਦੇ ਨੀਚੇ ਜੋ ਫਾਇਰ ਪਲੇਸ ਹੁੰਦੀ ਹੈ, ਠੀਕ ਹੈ, ਫਾਇਰ ਨੂੰ ਹਿਲਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਦੈਨ ਜਦੋਂ ਪੋਕਰ ਦੇ ਨਾਲ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਰੂਮ ਖੋਲ੍ਹਦੇ ਨੇ ਇੱਕਦਮ ਤਾਂ ਕੀ ਦੇਖਦੇ ਨੇ ਕਿ ਉੱਥੇ ਗ੍ਰਿਫਨ ਹੈ ਜੋ ਨਹੀਂ ਹੈਗਾ। ਦੈਨ ਲੈਟਸ ਕੰਟੀਨਿਊ। ਦੈਨ ਟੂ ਹਿਜ਼ ਅਮੇਜ਼ਮੈਂਟ ਹੀ ਰਿਅਲਾਈਜ਼ ਦੈਟ ਦ ਰੂਮ ਅਪੀਅਰ ਟੂ ਬੀ ਐਮਟੀ। ਜਦੋਂ ਕਲਰਜੀਮੈਨ ਔਰ ਉਹਦੇ ਵਾਈਫ ਹੈ ਜੋ ਦੇਖਦੇ ਨੇ, ਬਹੁਤ ਹੈਰਾਨ ਹੋ ਜਾਂਦੇ ਨੇ ਕਿ ਰੂਮ ਦੇ ਵਿੱਚ ਕੋਈ ਨਹੀਂ ਹੈ, ਰੂਮ ਹੈ ਜੋ ਖਾਲੀ ਹੈ। He and his wife looked under the desk and behind the curtains and even up the chimney. ਕਲਰਜੀਮੈਨ ਉਹਦੀ ਵਾਈਫ, ਠੀਕ ਹੈ, ਡੈਸਕ ਦੇ ਨੀਚੇ ਦੇਖਦੇ ਨੇ, ਕਰਟਨਸ ਦੇ ਪਿੱਛੇ ਦੇਖਦੇ ਨੇ, ਐਂਡ ਈਵਨ ਅਪ ਦਾ ਚਿਮਨੀ, ਚਿਮਨੀ ਦੇ ਉੱਪਰ ਦੇਖਦੇ ਨੇ। There was not a sign of anybody, ਬਟ ਕੋਈ ਵੀ ਸਾਈਨ ਨਹੀਂ ਉਹਨਾਂ ਨੂੰ ਦਿਖਾਈ ਦਿੰਦਾ ਕਿਸੇ ਵੀ ਪਰਸਨ ਦਾ, ਉੱਥੇ ਕੋਈ ਨਹੀਂ ਸੀਗਾ। Yet the desk had been opened and the housekeeping money was missing. Then ਜਦੋਂ ਦੇਖਦੇ ਨੇ ਡੈਸਕ ਜੋ ਉਹਦਾ ਡਰਾਅਰ ਸੀ ਕਲਰਜੀਮੈਨ ਦੇ ਰੂਮ ਦੇ ਵਿੱਚ, ਤਾਂ ਜਦੋਂ ਖੋਲ੍ਹਦੇ ਨੇ ਤਾਂ ਦੇਖਦੇ ਨੇ ਹਾਊਸਕੀਪਿੰਗ ਮਨੀ ਵਾਸ ਮਿਸਿੰਗ, ਜੋ ਡੇਲੀ ਯੂਜ਼ ਦੇ ਲਈ ਉਹਨਾਂ ਨੇ ਮਨੀ ਰੱਖੀ ਹੋਈ ਹੈ ਉਹ ਉੱਥੇ ਨਹੀਂ ਹੈ। ਐਕਸਟਰਾਆਰਡੀਨਰੀ ਅਫੇਅਰ ਦ ਕਲਰਜੀਮੈਨ ਕੈਪਟ ਸੇਇੰਗ ਫॉर ਦ ਰੈਸਟ ਆਫ ਦ ਡੇ। ਕਲਰਜੀਮੈਨ ਆ ਜਿਹੜਾ ਉਹ ਸ਼ੌਕ ਹੋ ਜਾਂਦਾ ਹੈ। ਦੈਨ ਪੂਰਾ ਦਿਨ ਉਹ ਕੀ ਕਹੀ ਜਾ ਰਿਹਾ ਹੈ, ਐਕਸਟਰਾਆਰਡੀਨਰੀ ਅਫੇਅਰ, ਕਿ ਬਹੁਤ ਹੀ ਅਜੀਬ ਗੱਲ ਉਹਦੇ ਨਾਲ ਹੋ ਗਈ ਹੈ। But it was not an extraordinary as the behavior of Mrs. Hall's furniture a little later that morning. But ਇੰਨੀ ਜ਼ਿਆਦਾ ਐਕਸਟਰਾordinary ਬਿਹੇਵੀਅਰ ਵਾਲੀ ਗੱਲ ਨਹੀਂ ਸੀ ਕਿ ਮਿਸਿਸ ਹਾਲ ਦਾ ਫਰਨੀਚਰ ਸੀ ਜੋ ਨੈਕਸਟ ਮਾਰਨਿੰਗ ਕੀ ਹੋਇਆ, ਉਹ ਮੂਵ ਕਰਨ ਲੱਗ ਗਿਆ। ਠੀਕ ਹੈ, ਬਟ ਇਟ ਵਾਜ਼ ਨਾਟ ਐਨ ਐਕਸਟਰਾordinary ਐਜ਼ ਦ ਬਿਹੇਵੀਅਰ ਆਫ ਮਿਸਿਸ ਹਾਲਸ ਫਰਨੀਚਰ। ਠੀਕ ਹੈ, ਯਾਨੀ ਉਹ ਬਹੁਤ ਹੈਰਾਨ ਹੋਏ ਕਿ ਮਿਸਿਸ ਹਾਲ ਦਾ ਜੋ ਫਰਨੀਚਰ ਸੀਗਾ ਉਹ ਵੀ ਮੂਵਮੈਂਟ ਕਰਨ ਲੱਗ ਗਿਆ ਨੈਕਸਟ ਮਾਰਨਿੰਗ। ਦ ਲੈਂਡਲੋਰਡ ਐਂਡ ਹਿਜ਼ ਵਾਈਫ ਵਰ ਅਪ ਵੈਰੀ ਅਰਲੀ। ਲੈਂਡਲੋਰਡ ਅਤੇ ਉਹਦੀ ਵਾਈਫ ਸੀ ਜਿਹੜੇ ਬਹੁਤ ਜਲਦੀ ਨਾਲ ਗਏ ਐਂਡ ਵਰ ਸਰਪ੍ਰਾਈਜ਼ ਟੂ ਸੀ ਦ ਸਾਇੰਟਿਸਟ ਡੋਰ ਵਾਈਡ ਓਪਨ। ਦੈਨ ਉਹਨਾਂ ਨੇ ਕੀ ਦੇਖਿਆ ਕਿ ਸਾਇੰਟਿਸਟ ਦੇ ਜੋ ਰੂਮ ਦੇ ਵਿੱਚ ਰੁਕਿਆ ਹੋਇਆ ਸੀ ਡੋਰ ਓਪਨ ਸੀਗਾ। ਯੂਜਲੀ ਇਟ ਵਾਜ਼ ਸ਼ਟ ਐਂਡ ਲੌਕਡ। ਆਮ ਤੌਰ 'ਤੇ ਕਹਿੰਦੇ ਉਹ ਰੂਮ ਸੀ ਜਿਹੜਾ ਉਹ ਸ਼ਟ ਬੰਦ ਰਹਿੰਦਾ ਸੀ ਜਾਂ ਲੌਕਡ ਰਹਿੰਦਾ ਸੀ। ਐਂਡ ਹੀ ਵਾਜ਼ ਫਿਊਰੀਅਸ ਇਫ ਐਨੀਵਨ ਐਂਟਰਡ ਦ ਰੂਮ। ਦੈਨ ਉਹਨੂੰ ਬਹੁਤ ਗੁੱਸਾ ਆਉਂਦਾ ਸੀ ਜਦੋਂ ਕੋਈ ਉਹਦੇ ਰੂਮ ਦੇ ਵਿੱਚ ਐਂਟਰ ਕਰਦਾ ਸੀ। ਦ ਓਪਰਚੁਨਿਟੀ ਸੀਮਡ ਟੂ ਗੁੱਡ ਟੂ ਬੀ ਮਿਸਡ। ਕਹਿੰਦੇ ਹੁਣ ਮਿਸਿਸ ਹਾਲ ਅਤੇ ਉਹਦੇ ਹਸਬੈਂਡ ਦੇ ਲਈ ਈਜ਼ੀ ਹੋ ਗਿਆ ਉਹਦੇ ਰੂਮ ਨੂੰ ਚੈੱਕ ਕਰਨਾ। ਕਹਿੰਦੇ ਉਹ ਮੌਕਾ ਸੀ ਜਿਹੜਾ ਉਹ ਗਵਾਉਣਾ ਨਹੀਂ ਚਾਹੁੰਦੇ ਸੀ। ਦੇ ਪੀਪਡ ਅਰਾਊਂਡ ਦਾ ਡੋਰ। ਉਹਨਾਂ ਨੇ ਡੋਰ ਦੇ ਅੰਦਰ ਉਹ ਦੇਖਿਆ, ਪੀਪ ਹੁੰਦਾ ਝਾਕਣਾ, ਠੀਕ ਹੈ, ਸੋ ਨੋਬਡੀ, ਤੇ ਦੇਖਿਆ ਉੱਥੇ ਕੋਈ ਨਹੀਂ ਹੈ। ਐਂਡ ਡਿਸਾਈਡਡ ਟੂ ਇਨਵੈਸਟੀਗੇਟ। ਉਹਨਾਂ ਨੇ ਰੂਮ ਦੀ ਇਨਵੈਸਟੀਗੇਸ਼ਨ ਸਟਾਰਟ ਕਰਤੀ। ਦ ਬੈਡ ਕਲੋਥਸ ਵਰ ਕੋਲਡ ਸ਼ੋਇੰਗ ਦੈਟ ਦ ਸਾਇੰਟਿਸਟ ਮਸਟ ਹੈਵ ਬੀਨ up for some time and the stranger still the clothes bandages that he always wore were lying about the room. ਦੈਨ ਉਹਦਾ ਬੈੱਡ ਕਲੋਥ ਸੀ ਜਿਹੜਾ ਬੈੱਡਸ਼ੀਟ ਸੀ ਜੋ ਠੰਡੀ ਹੋਈ ਪਈ ਸੀ। ਨੋਰਮਲੀ ਆਪਾਂ ਦੇਖਦੇ ਹਾਂ ਜਦੋਂ ਲੇਟੇ ਹੁੰਦੇ ਹਾਂ ਆਪਾਂ ਉੱਠਦੇ ਹਾਂ ਉੱਥੇ ਗਰਮ ਹੁੰਦੀ ਹੈ ਸ਼ੀਟ, ਠੀਕ ਹੈ, ਬੈੱਡ ਸ਼ੀਟ ਹੁੰਦੀ ਹੈ ਜੋ। ਦੈਨ ਉਹ ਪੂਰੀ ਕੋਲਡ ਸੀ, ਉਹਦੇ ਬੈੱਡ ਕਲੋਥਸ ਸੀ ਜੋ। ਦੈਨ ਇਹਦੇ ਨਾਲ ਕੀ ਆ, ਉਹ ਬਹੁਤ ਜ਼ਿਆਦਾ ਹੈਰਾਨ ਹੋਏ। ਕੁਛ ਟਾਈਮ ਦੇ ਲਈ ਉਹਨਾਂ ਨੇ ਦੇਖਿਆ ਸਾਇੰਟਿਸਟ ਸੀ ਜਿਹੜਾ ਉੱਥੇ ਨਹੀਂ ਸੀ। ਐਂਡ ਸਟ੍ਰੇਂਜਰ ਸਟਿਲ ਐਂਡ ਦ ਕਲੋਥਸ ਬੈਂਡੇਜਸ। ਬਟ ਕੀ ਸੀਗਾ ਉੱਥੇ, ਇੱਕ ਅਜੀਬ ਗੱਲ ਕੀ ਸੀਗੀ, ਕਲੋਥਸ ਔਰ ਬੈਂਡੇਜਸ ਜੋ ਨੇ ਫੇਸ 'ਤੇ ਕਵਰ ਕੀਤੀਆਂ ਹੋਈਆਂ ਸੀ ਉਹ ਰੂਮ ਦੇ ਵਿੱਚ ਹੀ ਪਈਆਂ ਸੀ। ਆਲ ਆਫ ਅ ਸਡਨ ਮਿਸਿਸ ਹਾਲ ਹੀਅਰਡ ਅ ਸਨਿਫ ਕਲੋਜ਼ ਟੂ ਹਰ ਈਅਰ। ਅਚਾਨਕ ਮਿਸਿਸ ਹਾਲ ਦੇ ਈਅਰ ਦੇ ਕੋਲ ਸਨਿਫ ਦੀ ਆਵਾਜ਼ ਸੁਣਾਈ ਦਿੱਤੀ, ਯਾਨੀ ਨੋਜ਼ ਦੇ ਨਾਲ ਇੱਕ ਆਵਾਜ਼ ਸੁਣਾਈ ਦਿੱਤੀ, ਲਾਈਕ ਓਕੇ ਬੇਟਾ। ਅ ਮੋਮੈਂਟ ਲੇਟਰ ਦ ਹੈਟ ਔਨ ਦ ਬੈੱਡ ਪੋਸਟ ਲੈਪਟ ਅਪ। ਫਿਰ ਉਸੇ ਪਲ ਕੀ ਹੋਇਆ, ਬੈੱਡ ਦੇ ਬੈਕ ਸਾਈਡ, ਬੈੱਡ ਪੋਸਟ ਮੀਨਸ ਬੈੱਡ ਦਾ ਜੋ ਬੈਕ ਹੁੰਦਾ, ਠੀਕ ਹੈ, ਉਹਦੇ 'ਤੇ ਜੋ ਹੈਟ ਪਈ ਸੀ ਉਹ ਉੱਪਰ ਉੱਠੀ। ਐਂਡ ਡੈਸ਼ਡ ਇਟਸੈਲਫ ਇਨਟੂ ਹਰ ਫੇਸ। ਅਤੇ ਉਹਨੇ ਆਪਣੇ ਫੇਸ ਦੇ ਉੱਤੇ ਰੱਖੀ, ਯਾਨੀ ਜੋ ਫੇਸ ਸੀ ਉਹਦਾ ਉਹ ਤਾਂ ਇਨਵਿਜ਼ੀਬਲ ਸੀਗਾ, ਉਹਦੇ ਉੱਪਰ ਉਹਨੇ ਹੈਟ ਰੱਖ ਲਈ। ਦੈਨ ਦ ਬੈਡਰੂਮ ਚੇਅਰ ਬਿਕੇਮ ਅਲਾਈਵ। ਬੈਡਰੂਮ ਦੀ ਜੋ ਚੇਅਰ ਸੀ ਉਹ ਵੀ ਅਲਾਈਵ ਹੋ ਗਈ, ਠੀਕ ਹੈ, ਉਹ ਵੀ ਹਿਲਜੁਲ ਕਰਨ ਲੱਗ ਗਈ। ਸਪਰਿੰਗਿੰਗ ਇਨ ਟੂ ਦ ਏਅਰ
ਹਵਾ ਦੇ ਵਿੱਚ ਲਟਕਣ ਲੱਗੀ। ਇਟ ਚਾਰਜ ਸਟ੍ਰੇਟ ਐਟ ਹਰ ਲੈਗਸ ਫੋਰਮੋਸਟ। ਦੈਨ ਮਿਸਿਸ ਹਾਲ ਦੇ ਅੱਗੇ ਚੇਅਰ ਦੀਆਂ ਜੋ ਲੈਗਸ ਸੀ ਉਹ ਆ ਕੇ ਰੁਕ ਗਈਆਂ। ਐਜ਼ ਸ਼ੀ ਐਂਡ ਹਰ ਹਸਬੈਂਡ ਟਰਨਡ ਅਵੇ ਇਨ ਟੈਰਰ। ਦੈਨ ਲੈਂਡਲॉर्ड ਤੇ ਮਿਸਿਸ ਹਾਲ, ਠੀਕ ਹੈ, ਉਹ ਨਾ ਇੱਕਦਮ ਡਰ ਦੇ ਨਾਲੋਂ ਪਿੱਛੇ ਹੋ ਗਏ। ਦ ਐਕਸਟਰਾਆਰਡੀਨਰੀ ਚੇਅਰ ਪੁਸ਼ਡ ਦੈਮ ਬੋਥ ਆਊਟ ਆਫ ਦੈਮ। ਦਾ ਜੋ ਐਕਸਟਰਾਆਰਡੀਨਰੀ ਚੇਅਰ ਸੀ ਜੋ ਮੂਵਮੈਂਟ ਕਰ ਰਹੀ ਸੀ, ਠੀਕ ਹੈ, ਔਰ ਚੇਅਰ ਨੇ ਦੋਨਾਂ ਨੂੰ ਰੂਮ ਤੋਂ ਬਾਹਰ ਪੁੱਲ ਕੀਤਾ, ਠੀਕ ਹੈ ਜੀ, ਬਾਹਰ ਪੁਸ਼ ਕੀਤਾ। ਐਂਡ ਦੈਨ ਅਪੀਅਰ ਟੂ ਸਲੈਮ ਐਂਡ ਲੌਕ ਦ ਡੋਰ ਆਫਟਰ ਦੈਮ। ਦੈਨ ਇੱਕਦਮ ਜ਼ੋਰ ਦੇ ਨਾਲ ਕੀ ਹੋਇਆ, ਡੋਰ ਬੰਦ ਕੀਤਾ ਤੇ ਉਹ ਦੋਨੋਂ ਜਾਣੇ ਬਾਹਰ ਨਿਕਲ ਗਏ। ਮਿਸਿਸ ਹਾਲ ਆਲਮੋਸਟ ਫੈਲ ਡਾਊਨ ਦ ਸਟੇਅਰਸ ਇਨ ਹਿਸਟਰਿਕਸ। ਮਿਸਿਸ ਹਾਲ ਸੀ ਜਿਹੜੀ ਉਹ ਇੱਕਦਮ ਸਟੇਅਰਸ ਦੇ ਵਿੱਚੋਂ ਡਿੱਗੀ ਡਰ ਦੇ ਨਾਲ। ਸ਼ੀ ਵਾਜ਼ ਕਨਵਿੰਸਡ ਦੈਟ ਦ ਰੂਮ ਵਾਜ਼ ਹੌਂਟਡ ਬਾਈ ਸਪਿਰਿਟਸ। ਉਹਨੂੰ ਕੀ ਲੱਗਿਆ ਕਿ ਰੂਮ ਦੇ ਵਿੱਚ ਕੁਝ ਆਤਮਾਵਾਂ ਨੇ ਜਿਹੜੀਆਂ ਕਿ ਗ੍ਰਿਫਨ ਦੇ ਦੁਆਰਾ ਬੁਲਾਈਆਂ ਗਈਆਂ ਨੇ। ਐਂਡ ਦੈਟ ਦ ਸਟ੍ਰੇਂਜਰ ਹੈਡ ਸਮਹਾਉ ਕਾਜ਼ਡ ਥੀਸ ਟੂ ਐਂਟਰ ਇਨਟੂ ਹਰ ਫਰਨੀਚਰ। ਤੇ ਇਹਦੇ ਨਾਲ ਕੀ ਹੈ, ਉਹਦੇ ਫਰਨੀਚਰ ਦੇ ਵਿੱਚੋਂ ਸਪਿਰਿਟਸ ਨੇ ਜਿਹੜੀਆਂ ਉਹ ਐਂਟਰ ਕਰ ਚੁੱਕੀਆਂ ਨੇ। ਮਾਈ ਪੂਅਰ ਮਦਰ ਯੂਜ਼ ਟੂ ਸਿਟ ਇਨ ਦੈਟ ਚੇਅਰ ਸ਼ੀ ਮੋਨਡ। ਔਰ ਉਹ ਰੋਣ ਲੱਗ ਜਾਂਦੀ ਹੈ। ਮਿਸਿਸ ਹਾਲ ਕੀ ਕਹਿੰਦੀ ਹੈ ਕਿ ਜਿਹੜੀ ਉਹ ਚੇਅਰ ਸੀ ਉਹ ਮੇਰੀ ਮਦਰ ਦੀ ਸੀ। ਟੂ ਥਿੰਕ ਇਟ ਸ਼ੁੱਡ ਰਾਈਜ਼ ਅਪ ਅਗੇਂਸਟ ਮੀ ਨਾਓ। ਜਿਹੜੀ ਕਿ ਉਹਦੇ ਬਾਰੇ ਜਦੋਂ ਮੈਂ ਸੋਚਾਂ ਦੈਨ ਉਹ ਅਗੇਂਸਟ ਹੋ ਗਈ ਹੈ ਮੇਰੇ, ਠੀਕ ਹੈ, ਉਹਨੇ ਮੈਨੂੰ ਪੁਸ਼ ਕੀਤਾ। ਦ ਫੀਲਿੰਗ ਅਮੰਗ ਦ ਨੇਬਰਸ ਵਾਜ਼ ਦੈਟ ਦ ਟਰਬਲ ਵਾਜ਼ ਕਾਜ਼ਡ ਬਾਈ ਵਿਚਕ੍ਰਾਫਟ, ਠੀਕ ਹੈ, ਔਰ ਨੇਬਰਸ ਦੇ ਵਿੱਚ ਵੀ ਇਹ ਗੱਲ ਹੋ ਗਈ ਹੈ, ਗੱਲ ਫੈਲ ਗਈ ਹੈ ਕਿ ਉਹਨਾਂ ਦੇ ਕਿਸੇ ਮਤਲਬ ਵਿਚਕ੍ਰਾਫਟ, ਕੋਈ ਜਾਦੂ ਟੋਣੇ ਦਾ ਕੰਮ ਹੈ ਇਹ ਜੋ ਗ੍ਰਿਫਨ ਦੁਆਰਾ ਕੀਤਾ ਜਾ ਰਿਹਾ ਹੈ। ਬਟ ਵਿਚਕ੍ਰਾਫਟ ਔਰ ਨਾਟ, ਵੈਨ ਨਿਊਜ਼ ਆਫ ਦ ਬਰਗਲਰੀ ਐਟ ਦ ਕਲਰਜੀਮੈਨਸ ਹੋਮ ਬਿਕੇਮ ਨੋਨ। ਪਰ ਕਹਿੰਦੇ ਵਿਚਕ੍ਰਾਫਟ ਜਾਂ ਇੱਦਾਂ ਦਾ ਕੋਈ ਕੰਮ ਨਹੀਂ ਹੋ ਸਕਦਾ। ਇਹ ਕਲਰਜੀਮੈਨ ਦੇ ਘਰ ਦੇ ਵਿੱਚ ਚੋਰੀ ਹੋਈ ਹੈ, ਇਹ ਨਿਊਜ਼ ਫੈਲ ਗਈ ਹੈ, ਇਹਦੇ ਬਾਰੇ ਸਾਰੇ ਜਾਣਦੇ ਨੇ। ਦ ਸਟ੍ਰੇਂਜ ਸਾਇੰਟਿਸਟ ਵਾਜ਼ ਸਟਰੋਂਗਲੀ ਸਸਪੈਕਟਡ ਆਫ ਹੈਵਿੰਗ ਹੈਡ ਅ ਹੈਂਡ ਇਨ ਇਟ। ਔਰ ਸਭ ਦਾ ਸ਼ੱਕ ਕਿਹਦੇ ਤੇ ਸੀ, ਉਸ ਸਟ੍ਰੇਂਜ ਸਾਇੰਟਿਸਟ ਤੇ ਸੀ। Suspicion grew even stronger when the suddenly produced some ready cash, though he had admitted not long before that he had no money. ਔਰ ਸ਼ੱਕ ਕਿਹਦੇ ਤੇ ਗਿਆ ਸਾਰਾ, ਉਸ ਸਾਇੰਟਿਸਟ ਤੇ, ਕਿਉਂਕਿ ਉਹਨੇ ਪਹਿਲਾਂ ਕਿਹਾ ਸੀਗਾ ਕਿ ਉਹਦੇ ਕੋਲ ਮਨੀ ਹੋਰ ਨਹੀਂ ਹੈਗੀ, ਠੀਕ ਹੈ, ਐਡਵਾਂਸ ਉਹਨੇ ਪੇ ਕਰਤਾ ਸੀ। ਦੈਨ ਉਸ ਤੋਂ ਬਾਅਦ ਉਹਨੇ ਕਿਹਾ ਕਿ ਉਹਦੇ ਕੋਲ ਹੋਰ ਮਨੀ ਨਹੀਂ ਹੈ। ਦੈਨ ਸਾਰਾ ਸ਼ੱਕ ਕਿਹਦੇ ਤੇ ਜਾ ਰਿਹਾ, ਉਸ ਸਾਇੰਟਿਸਟ ਤੇ ਜਾ ਰਿਹਾ, ਕਿਉਂਕਿ ਇੱਕਦਮ ਉਹਨੇ ਲਿਆ ਕੇ ਫਿਰ ਕੈਸ਼ ਸੀ ਜੋ ਮਿਸਿਸ ਹਾਲ ਨੂੰ ਦੇ ਦਿੱਤਾ ਸੀ। ਦ ਵਿਲੇਜ ਕਾਂਸਟੇਬਲ ਵਾਜ਼ ਸੀਕ੍ਰੇਟਲੀ ਸੈਂਟ ਫॉर। ਦੈਨ ਵਿਲੇਜ ਕਾਂਸਟੇਬਲ ਨੂੰ ਬੁਲਾਇਆ ਗਿਆ ਸੀਕ੍ਰੇਟਲੀ। ਇੰਸਟੈਡ ਆਫ ਵੇਟਿੰਗ ਫॉर ਦ ਕਾਂਸਟੇਬਲ ਮਿਸਿਸ ਹਾਲ ਵੈਂਟ ਟੂ ਦ ਸਾਇੰਟਿਸਟ। ਕਹਿੰਦੇ ਕਾਂਸਟੇਬਲ ਦੀ ਵੇਟ ਕਰਨ ਦੀ ਬਜਾਏ ਮਿਸਿਸ ਹਾਲ ਸੀ ਜੋ ਸਾਇੰਟਿਸਟ ਦੇ ਕੋਲ ਗਈ। who had somehow mysteriously appeared from his empty bedroom। ਬਟ ਜਦੋਂ ਉਹਦੇ ਰੂਮ ਦੇ ਵਿੱਚ ਗਈ ਉਹਨੇ ਦੇਖਿਆ ਕਿ ਸਾਇੰਟਿਸਟ ਹੈ ਜੋ ਉੱਥੇ ਬੈਠਾ ਹੈ, ਠੀਕ ਹੈ। ਪਹਿਲਾਂ ਉਹਨਾਂ ਨੂੰ ਲੱਗਿਆ ਕਿ ਇੱਥੇ ਸਪਿਰਿਟਸ ਨੇ ਕੋਈ, ਕਿ ਰੂਮ ਖਾਲੀ ਹੈ, ਗ੍ਰਿਫਨ ਹੈ ਜੋ ਉੱਥੇ ਨਹੀਂ ਹੈਗਾ। ਬਟ ਜਦੋਂ ਗਈ ਐਂਟਰ ਕੀਤਾ ਉਹਨੇ ਰੂਮ ਦੇ ਵਿੱਚ, ਦੇਖਿਆ ਤਾਂ ਉੱਥੇ ਬੈਠਾ ਸੀਗਾ ਗ੍ਰਿਫਨ ਸੀ ਜੋ। ਆਈ ਵਾਂਟ ਟੂ ਨੋ ਵਟ ਯੂ ਹੈਵ ਬੀਨ ਡੂਇੰਗ ਟੂ ਮਾਈ ਚੇਅਰ ਅਪਸਟੇਅਰਸ। ਕਹਿੰਦੇ ਮੈਂ ਜਾਣਦੀ ਹਾਂ ਕਿ ਤੂੰ ਹੀ ਚੇਅਰ ਨੂੰ ਉੱਪਰ ਕਰ ਰਿਹਾ ਸੀ। ਸ਼ੀ ਡਿਮਾਂਡਡ and I want to know how it is you come out of an empty room and how you entered a locked room। ਕਹਿੰਦੀ ਮੈਂ ਜਾਣਨਾ ਚਾਹੁੰਦੀ ਹਾਂ ਕਿ ਰੂਮ ਤਾਂ ਪਹਿਲੇ ਖਾਲੀ ਸੀਗਾ, ਲੌਕ ਸੀਗਾ, ਤੇ ਲੌਕ ਰੂਮ ਦੇ ਵਿੱਚੋਂ ਤੂੰ ਕਿਵੇਂ ਐਂਟਰ ਕੀਤਾ ਹੈ। then the scientist was always quick tempered। ਜੋ ਸਾਇੰਟਿਸਟ ਸੀਗਾ, ਠੀਕ ਹੈ, ਉਹਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਸੀ। ਐਂਡ ਨਾਓ ਹੀ ਬਿਕੇਮ ਫਿਊਰੀਅਸ। ਦੈਨ ਹੁਣ ਉਹ ਬਹੁਤ ਗੁੱਸੇ ਦੇ ਵਿੱਚ ਸੀਗਾ। ਯੂ ਡੋਂਟ ਅੰਡਰਸਟੈਂਡ ਹੂ ਔਰ ਵਟ ਆਈ ਐਮ, ਹੀ ਸ਼ਾਊਟਡ। ਵੈਰੀ ਵੈਲ ਆਈ ਵਿਲ ਸ਼ੋ ਯੂ। ਕਹਿੰਦਾ ਠੀਕ ਹੈ, ਉੱਚੀ ਚਿਲਾ ਕੇ ਬੋਲਿਆ। ਕਹਿੰਦਾ ਤੁਹਾਨੂੰ ਸਮਝ ਨਹੀਂ ਆਉਂਦੀ ਮੈਂ ਕੌਣ ਆ, ਕੀ ਆ, ਠੀਕ ਹੈ। ਕਹਿੰਦਾ ਠੀਕ ਹੈ, ਮੈਂ ਤੁਹਾਨੂੰ ਦਿਖਾ ਦਿੰਦਾ ਕਿ ਮੈਂ ਕੌਣ ਆ। ਸਡਨਲੀ ਹੀ ਥਰੂ ਆਫ ਬੈਂਡੇਜਸ। ਅਚਾਨਕ ਉਹਨੇ ਕੀ ਕੀਤਾ, ਇਸ ਤਰ੍ਹਾਂ ਪਿਕਚਰਸ ਤੁਸੀਂ ਦੇਖ ਸਕਦੇ ਹੋ, ਉਹਨੇ ਆਪਣੀਆਂ ਬੈਂਡੇਜਸ ਉਤਾਰਨੀਆਂ ਸਟਾਰਟ ਕੀਤੀਆਂ। ਔਰ ਸਾਰੇ ਸੀ ਜੋ ਹੈਰਾਨ ਹੋ ਗਏ ਸੀ ਲੋਕੀ। ਕਾਂਸਟੇਬਲ ਜੋ, ਠੀਕ ਹੈ, ਹੱਥਕੜੀ ਲੈ ਕੇ ਖੜਾ ਹੋਇਆ ਉਹ ਵੀ ਹੈਰਾਨ ਹੋ ਗਿਆ ਸੀਗਾ, ਡਰ ਗਿਆ ਸੀ ਬੁਰੀ ਤਰ੍ਹਾਂ। ਦੈਨ ਵਿਸਕਰਸ, ਸਪੈਕਟੀਕਲਸ ਐਂਡ ਈਵਨ ਨੋਜ਼। ਜੋ ਵੀ ਮਟੀਰੀਅਲ ਉਹਨੇ ਥੀਏਟੀਕਲ ਸਟੋਰ ਦੇ ਵਿੱਚੋਂ ਚੁਰਾਇਆ ਸੀ, ਸਾਰਾ ਮਟੀਰੀਅਲ ਉਹਨੇ ਉਤਾਰਿਆ ਆਪਣੇ ਫੇਸ ਤੋਂ। ਇਟ ਟੁੱਕ ਹਿਮ ਓਨਲੀ ਅ ਮਿਨਟ ਟੂ ਡੂ ਦਿਸ। ਉਹਨੂੰ ਸਿਰਫ 1 ਮਿੰਟ ਲੱਗਿਆ ਸਭ ਕੁਝ ਕਰਨ ਦੇ ਲਈ। The horrified people in the bar found themselves staring at the headless man। और सारे लोग किसी ਜਿਹੜੇ बहुत ज़्यादा डर गए सी उस headless man ਨੂੰ देख के। Mr. Jeffers the constable। constable ਦਾ ਨਾਮ ਕੀ ਹੈ, Mr. Jeffers।
now arrived, ਹੁਣ ਉੱਥੇ ਪਹੁੰਚ ਗਿਆ ਸੀ, and was quite surprised to find that he had to arrest a man ਵਿਦਾਊਟ ਅ ਹੈਡ। ਉਹ ਬਹੁਤ ਹੈਰਾਨ ਹੋਇਆ ਕਿ ਮੈਂ ਇਸ ਪਰਸਨ ਨੂੰ ਅਰੈਸਟ ਕਰਨਾ ਜਿਹਦਾ ਹੈਡ ਨਹੀਂ ਹੈ। ਬਟ ਜੈਫਰਸ ਵਾਜ਼ ਨਾਟ ਈਜ਼ਲੀ ਪ੍ਰੀਵੈਂਟਡ ਫਰੋਮ ਡੂਇੰਗ ਹਿਜ਼ ਡਿਊਟੀ। ਬਟ ਜੈਫਰ ਸੀ ਜਿਹੜਾ, ਉਹਦੇ ਕੋਲ ਹੋਰ ਕੋਈ ਬਹਾਨਾ ਨਹੀਂ ਸੀ, ਕਿਉਂਕਿ ਉਹਨੇ ਤਾਂ ਆਪਣੀ ਡਿਊਟੀ ਕਰਨੀ ਹੀ ਕਰਨੀ ਸੀ। ਇਫ ਅ ਮੈਜਿਸਟ੍ਰੇਟ ਵਾਰੰਟ ਆਰਡਰਡ ਅ ਪਰਸਨਸ ਅਰੈਸਟ, ਕਹਿੰਦੇ ਜੇ ਮੈਜਿਸਟ੍ਰੇਟ ਨੇ ਆਰਡਰ ਦਿੱਤਾ ਸੀ ਉਹਨੂੰ ਅਰੈਸਟ ਕਰਨ ਦਾ, ਦੈਨ ਦੈਟ ਪਰਸਨ ਹੈਡ ਟੂ ਬੀ ਅਰੈਸਟਡ ਵਿਦ ਔਰ ਵਿਦਾਊਟ ਹਿਜ਼ ਹੈਡ। ਕਹਿੰਦੇ ਉਹਨੂੰ ਪਰਸਨ ਨੂੰ ਅਰੈਸਟ ਕਰਨਾ ਹੀ ਪੈਣਾ ਸੀ, ਚਾਹੇ ਉਹ ਵਿਦ ਹੈਡ ਹੈ ਚਾਹੇ ਉਹ ਵਿਦਾਊਟ ਹੈਡ ਹੈ। There followed a remarkable scene as the policeman tried to get hold of a man who was becoming more and more invisible as he threw off one garment after another। ਕਹਿੰਦੇ ਸੀਨ ਸੀ ਜਿਹੜਾ ਉਹ ਬਹੁਤ ਰਿਮਾਰਕੇਬਲ ਹੋ ਗਿਆ ਸੀ। ਹੁਣ ਪੁਲਿਸਮੈਨ ਸੀ ਜਿਹੜਾ, ਉਹਨੇ ਉਸ ਮੈਨ ਨੂੰ ਪਕੜਨਾ ਸੀਗਾ ਜਿਹੜਾ ਕਿ ਇਨਵਿਜ਼ੀਬਲ ਸੀਗਾ, ਠੀਕ ਹੈ। ਔਰ ਜੋ ਗ੍ਰਿਫਨ ਸੀ ਉਹ ਕੀ ਕਰਦਾ ਗਿਆ, ਆਪਣੇ ਗਾਰਮੈਂਟ ਸੀ ਜਿਹੜਾ ਵਨ ਆਫਟਰ ਅਨਦਰ ਉਤਾਰਦਾ ਗਿਆ। ਫਾਈਨਲੀ ਅ ਸ਼ਰਟ ਫਲਿਊ ਇਨਟੂ ਦ ਏਅਰ, ਦੈਨ ਉਹਨੇ ਆਪਣੀ ਸ਼ਰਟ ਸੀ ਜਿਹੜੀ ਉਹ ਵੀ ਉਤਾਰ ਕੇ ਹਵਾ ਦੇ ਵਿੱਚ ਉਡਾਤੀ। ਐਂਡ ਦ ਕਾਂਸਟੇਬਲ ਫਾਊਂਡ ਹਿਮਸੈਲਫ ਸਟਰਗਲਿੰਗ ਵਿਦ ਸਮਵਨ ਹੀ ਕੁਡ ਨਾਟ ਸੀ ਐਟ ਆਲ। ਦੈਨ ਕਾਂਸਟੇਬਲ ਸੀ ਜਿਹੜਾ, ਠੀਕ ਹੈ, ਉਹਨੂੰ ਇੱਦਾਂ ਲੱਗਿਆ ਕਿ ਉਹਨੇ ਹੁਣ ਬਹੁਤ ਜ਼ਿਆਦਾ ਸਟਰਗਲ ਕਰਨਾ ਹੈ, ਯਾਨੀ ਉਹਨੂੰ ਪਕੜਨ ਦੇ ਲਈ ਉਹਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਣਾ ਸੀ। ਉਹਨੂੰ ਦੇਖਦਾ ਗਿਆ। Some people tried to help him but found themselves hit by blows that seemed to come from nowhere। ਦੈਨ ਬਹੁਤ ਸਾਰੇ ਲੋਕਾਂ ਨੇ ਕਾਂਸਟੇਬਲ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹਨਾਂ ਨੂੰ ਕੀ ਆ, ਬਲੋਜ਼ ਮਿਲੇ, ਯਾਨੀ ਕਿ ਮੁੱਕੇ ਮਿਲੇ ਉਹਨਾਂ ਨੂੰ। ਕਿਹਦੇ ਵੱਲੋਂ? ਗ੍ਰਿਫਨ ਦੇ ਵੱਲੋਂ, ਜਿਹੜਾ ਕਿ ਪਰਸਨ ਦਿਖਾਈ ਨਹੀਂ ਸੀ ਦੇ ਰਿਹਾ। In the end, Jeffers was knocked unconscious as he made a last attempt to hold on the unseen scientist। ਦੈਨ ਉਹ ਅਨਕੌਂਸ਼ੀਅਸਲੀ ਡਿੱਗ ਗਿਆ ਸੀ ਜੈਫਰਸ ਲਾਸਟ ਦੇ ਵਿੱਚ, ਕਿਉਂਕਿ ਸਾਇੰਟਿਸਟ ਸੀ ਜੋ, ਉਹ ਕਿਸੇ ਨੂੰ ਦਿਖਾਈ ਨਹੀਂ ਸੀ ਦੇ ਰਿਹਾ, ਠੀਕ ਹੈ। ਉਹਨੇ ਆਪਣੇ ਬਲੋ ਦੇ ਨਾਲ ਜੈਫਰਸ ਨੂੰ ਯਾਨੀ ਕਾਂਸਟੇਬਲ ਨੂੰ ਅਨਕੌਂਸ਼ੀਅਸਲੀ ਸੁੱਟਤਾ ਸੀ। There were nervous excited cries of hold him। ਦੈਨ ਉਹ ਚਿल्लाया ਕਿ ਪਕੜੋ ਪਕੜੋ। ਬਟ ਦਿਸ ਵਾਜ਼ ਈਜ਼ੀਅਰ ਸੈਡ ਦੈਨ ਡਨ। ਪਰ ਕਹਿੰਦੇ ਕਹਿਣਾ ਸੌਖਾ ਹੈ, ਕਰਨਾ ਬਹੁਤ ਮੁਸ਼ਕਿਲ ਹੈ। ਗ੍ਰਿਫਨ had shaken himself free। ਇਸ ਤਰ੍ਹਾਂ ਫਿਰ ਗ੍ਰਿਫਨ ਨੇ ਆਪਣੇ ਆਪ ਨੂੰ ਬਚਾ ਲਿਆ। and no one knew where to lay hands on him। ਕਿ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਚਲਾ ਗਿਆ, ਉਸਨੂੰ ਕੋਈ ਵੀ ਨਹੀਂ ਪਕੜ ਸਕਿਆ। ਸੋ ਥੈਂਕ ਯੂ ਸਟੂਡੈਂਟਸ।